ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨੌਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਰਹਾਉ ਨਹਿਨ ਦਿਆਨੈ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਗੜ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਓ ਕੇ ਮਾਨ, ਨਿਤਾਣਿਓ ਕੇ ਤਾਨ, ਨਿਉਟਿਓ ਕੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਕਰੋ ਕਿਰਪਾ, ਦੋਨੇ ਹੱਥ ਜੋੜ ਕਰਕੇ ਬਹੁਤ ਪਿਆਰ ਵਿੱਚ ਭਿੱਜ ਕਰਕੇ ਹਾਜ਼ਰੀਆਂ ਲਵਾਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤੰਤਾ ਦੇ ਯੋਗ ਹੋ, ਜੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਜੁੜ ਕਰਕੇ ਜੀਵਨ ਦੀਆਂ ਘੜੀਆਂ ਨੂੰ, ਸਵਾਸਾਂ ਨੂੰ ਸਫਲਾ ਬਣਾਉਣਾ ਕੀਤਾ ਹੈ। ਆਓ ਹੋਰ ਕੁਝ ਸਮਾਂ ਸਤਿਗੁਰ ਦੀ ਪਾਵਨ ਵਿਚਾਰ ਨੂੰ ਸਰਵਣ ਕਰਕੇ ਹਿਰਦੇ ਵਿੱਚ ਵਸਾ ਕਰਕੇ ਸਤਿਗੁਰਾਂ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਗੁਰੂ ਰੂਪ ਗੁਰੂ ਖਾਲਸਾ ਜੀ ਅੱਜ ਦਾ ਜੋ ਪਾਵਨ ਮੁਖਵਾਕ, ਜੋ ਗੁਰੂ ਗ੍ਰੰਥ ਸਾਹਿਬ ਜੀ ਅੰਗ 633 ਤੋਂ ਆਰੰਭ ਹੋ ਕੇ 634 ਤੱਕ ਇਹ ਪਾਵਨ ਸ਼ਬਦ ਅੰਕਿਤ ਹੈ, ਤੇ ਸੋਰਠ ਰਾਗਣੀ ਦਾ ਇਹ ਪਾਵਨ ਸ਼ਬਦ ਹੈ। ਸੋਰਠ ਰਾਗਣੀ ਅੰਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਅੰਮ੍ਰਿਤ ਬੋਲ ਹਨ। ਗੁਰੂ ਰੂਪ ਗੁਰੂ ਖਾਲਸਾ ਜੀ ਜਿਹੜਾ ਇਹਨਾਂ ਅੰਮ੍ਰਿਤ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਇਹ ਅਵਸਥਾ ਜਿਹੜੀ ਹੈ ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਹੈ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਉਹ ਪੰਜ ਪ੍ਰਵਾਨੇ ਜਾਂਦੇ ਹਨ, ਪਰ ਸਤਿਗੁਰੂ ਕਹਿੰਦੇ ਪੰਜ ਪ੍ਰਵਾਨ ਲਈ ਇਹ ਸਭ ਕੁਝ ਕਰਨਾ ਬੜਾ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਪਰ ਅਖੀਰਕਾਰ ਉਹਨਾਂ ਨੂੰ ਫਿਰ ਪੰਜ ਪ੍ਰਵਾਨ ਵਾਲੀ ਅਵਸਥਾ ਜਿਹੜੀ ਹੈ ਪ੍ਰਾਪਤ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਤੇ ਬਾਅਦ ਵਿੱਚ ਸਤਿਗੁਰੂ ਕਹਿੰਦੇ ਇਹ ਜਿਹੜੀ ਅਵਸਥਾ ਹੈ ਬ੍ਰਹਮ ਗਿਆਨ ਦੀ ਅਵਸਥਾ, ਪੰਜ ਪ੍ਰਵਾਨ ਦੀ ਜਿਹੜੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ।
ਗੁਰੂ ਰੂਪ ਗੁਰੂ ਖਾਲਸਾ ਜੀ, ਪਰ ਇਹ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਦੇ ਉਪਦੇਸ਼ ਨੂੰ ਮੰਨਣਾ ਪਵੇਗਾ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲੈਣਾ ਪਵੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੋ ਨਰ, ਹੁਣ ਬ੍ਰਹਮ ਗਿਆਨ ਜਿਹਨੂੰ ਚਾਹੀਦਾ ਹੈ, ਪੰਜ ਪ੍ਰਵਾਨ ਦੀ ਅਵਸਥਾ ਜਿਸ ਮਨੁੱਖ ਨੂੰ ਚਾਹੀਦੀ ਹੈ, ਮਹਾਰਾਜ ਕਹਿੰਦੇ ਉਹ ਇਹ ਕਰਮ ਕਰੇ। ਉਹ ਕਿਹੜਾ ਕਰਮ ਹੈ? ਸਤਿਗੁਰੂ ਕਹਿੰਦੇ, ਜੋ ਨਰ, ਜਿਹੜਾ ਮਨੁੱਖ ਦੁੱਖ ਮੈਂ ਦੁੱਖ ਨਹੀਂ ਮੰਨੈ। ਆਓ ਇਹਨਾਂ ਇੱਕ ਪੰਕਤੀਆਂ ਨੂੰ ਗੁਰੂ ਪਿਆਰਿਓ ਇੱਕ ਵਾਰੀ ਰਸ ਨਾਲ ਰਾਹੀਂ ਗਾ ਲਈਏ, ਤਾਂ ਕਿ ਸਤਿਗੁਰੂ ਕਿਰਪਾ ਕਰਨ, ਮਨ ਜੁੜਨ ਵਿੱਚ ਸਹਾਈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਵਾਹ ਵਾਹ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਸੁਖ ਸਨੇਹ ਵਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਕੰਚਨ ਮਾਟੀ ਮਾਨੈ। ਹੁਣ ਇਹ ਅਵਸਥਾ ਹੈ ਬੜੀ ਵੱਡੀ। ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰੂ ਕਿਰਪਾ ਕਰੇ ਤਾਂ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਦੁੱਖ ਭਾਵੇਂ ਜੀਵਨ ਵਿੱਚ ਆਵੇ ਪਰ ਦੁੱਖ ਨੂੰ ਮੰਨੇ ਨਾ। ਭਾਈ ਭਿਖਾਰੀ ਗੁਰੂ ਘਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇਸ ਅਵਸਥਾ ਨੂੰ ਬਹੁਤ ਵੱਡੀ ਬਖਸ਼ਿਸ਼ ਕਰਦੇ ਨੇ। ਜਿਵੇਂ ਭਾਈ ਭਿਖਾਰੀ ਦੇ ਘਰ ਵਿੱਚ ਵਿਆਹ ਹੈ, ਪਰ ਭਾਈ ਭਿਖਾਰੀ ਆਪਣੇ ਬੇਟੇ ਦੇ ਵਾਸਤੇ ਕਫਨ ਸਿਲ ਰਿਹਾ। ਇਹ ਅਵਸਥਾ ਜਿਹੜੀ ਹੈ, ਜਦੋਂ ਇਹ ਅਵਸਥਾ ਮਿਲ ਜੇਗੀ, ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜੇਗੀ। ਇੱਕ ਪਾਸੇ ਘਰ ਵਿੱਚ ਕੱਲ ਨੂੰ ਬੇਟੇ ਦਾ ਵਿਆਹ ਹੈ, ਔਰ ਇਸ ਅਵਸਥਾ ਨੂੰ ਕੇਵਲ ਭਾਈ ਭਿਖਾਰੀ ਜਾਣਦਾ, ਕੱਲ ਨੂੰ ਬੇਟੇ ਦੀ ਮੌਤ ਵੀ ਹੋ ਜਾਣੀ। ਕੱਲ ਵਿਆਹ ਹੋਵੇਗਾ ਬੇਟੇ ਦਾ, ਵਿਆਹ ਤੋਂ ਬਾਅਦ ਜਿਵੇਂ ਨੌ ਘਰ ਵਿੱਚ ਆਵੇਗੀ, ਰਾਤ ਦੇ ਸਮੇਂ ਬੇਟਾ ਚੜ੍ਹਾਈ ਕਰ ਜਾਏਗਾ, ਪਰ ਭਾਈ ਭਿਖਾਰੀ ਜੀ ਆਨੰਦ ਵਿੱਚ ਨੇ। ਹੁਣ ਇਹ ਅਵਸਥਾ ਬੜੀ ਵੱਡੀ ਹੈ। ਜੇ ਤਾਂ ਸਾਡੇ ਘਰ ਵਿੱਚ ਕੋਈ ਦੁੱਖ ਹੀ ਛੋਟਾ ਮੋਟਾ ਆ ਜਾਏ, ਕੋਈ ਬਿਮਾਰੀ ਹੋ ਜਾਏ, ਅਸੀਂ ਤਾਂ ਗੁਰੂ ਪਿਆਰਿਓ ਬੜਾ ਕੁਝ ਕਰ ਜਾਂਦੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਦੁੱਖ ਜੀਵਨ ਵਿੱਚ ਆਵੇ ਪਰ ਦੁੱਖ ਨੂੰ ਦੁੱਖ ਨਾ ਮੰਨੇ, ਪਰਮਾਤਮਾ ਦਾ ਭਾਣਾ ਮੰਨ ਕੇ ਉਹਦੇ ਹੁਕਮ ਵਿੱਚ ਰਹਿ ਕਰਕੇ ਜੀਵਨ ਬਤੀਤ ਕਰੇ, ਨਾਮ ਜਪੇ। ਅਗਲਾ ਬਚਨ ਸਤਿਗੁਰੂ ਕਹਿੰਦੇ, ਜੇ ਸੁੱਖ ਆ ਜੇ ਜੀਵਨ ਵਿੱਚ, ਅੱਜ ਦਾ ਮਨੁੱਖ ਕੀ ਹੈ, ਜੇ ਦੁੱਖ ਆ ਜੇ ਫਿਰ ਸਾਰੇ ਮਹੱਲੇ ਨੂੰ ਦੱਸਦਾ, ਮੇਰੇ ਘਰ ਤਾਂ ਦੁੱਖ ਹੀ ਬੜੇ ਆ, ਮੇਰੇ ਉੱਤੇ ਤੇ ਪਰਮਾਤਮਾ ਨੇ ਇਹ ਬਹੁਤ ਜ਼ਿਆਦਾ ਕਸ਼ਟ ਦੇ ਦਿੱਤਾ। ਤੇ ਜੇ ਕੋਈ ਸੁੱਖ ਆ ਜੇ ਫਿਰ ਸਾਰੇ ਮਹੱਲੇ ਨੂੰ ਦੱਸਦਾ ਫਿਰ ਕਿ ਮੇਰੇ ਵਰਗਾ ਤੇ ਸੁਖੀ ਕੋਈ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਝਾਉਣਾ ਚਾਹੁੰਦੇ ਆ ਕਿ ਜੇ ਤੇਰੇ ਘਰ ਵਿੱਚ ਦੁੱਖ ਹੈ, ਤੇਰੇ ਸਰੀਰ ਨੂੰ ਦੁੱਖ ਹੈ, ਤੇ ਉਹਨੂੰ ਦੁੱਖ ਨਾ ਮੰਨਣਾ ਕਰ, ਕਿਉਂਕਿ ਇਹ ਤੇ ਕਰਮਾਂ ਕਰਕੇ ਹੈ। ਇਹ ਤੇਰੇ ਆਪਣੇ ਕਰਮਾਂ ਕਰਕੇ। ਦੱਦੈ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਹਜੂਰ ਸਤਿਗੁਰੂ ਕਹਿੰਦੇ, ਜੇ ਸੁਖ ਜੀਵਨ ਵਿੱਚ ਆ ਗਿਆ ਤੇ ਦੋਨਾਂ ਨੂੰ ਇੱਕ ਸਮਾਨ ਸਮਝਣਾ, ਦੁੱਖ ਵਿੱਚ ਘਬਰਾਉਣਾ ਨਹੀਂ ਤੇ ਸੁਖ ਵਿੱਚ ਹੰਕਾਰ ਨਹੀਂ ਕਰਨਾ। ਤੇ ਸਤਿਗੁਰੂ ਅਗਲਾ ਤੀਜਾ ਬਚਨ ਹੈ, ਬੜੇ ਕੀਮਤੀ ਬਚਨ ਹੈ। ਜੇ ਬ੍ਰਹਮ ਗਿਆਨ ਦੀ ਅਵਸਥਾ ਚਾਹੁੰਦੇ ਹੋ, ਮਹਾਰਾਜ ਕਹਿੰਦੇ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕਿਸੇ ਤਰੀਕੇ ਦਾ ਕਿਸੇ ਮਨੁੱਖ ਦਾ ਡਰ ਮਨ ਵਿੱਚ ਨਹੀਂ ਰੱਖਣਾ। ਇੱਕ ਬਚਨ ਹੋਰ ਆਉਂਦਾ ਨਾ ਸ਼ਲੋਕ ਮਹੱਲੇ 9ਵਿਆਂ ਵਿੱਚ, ਕਿ ਪੈ ਕਾਹੂ ਕੋ ਦੇਤ ਨਹਿ ਪੈਮਾਨ ਤਾਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨੋ। ਗਿਆਨੀ ਹੈ, ਸਾਡੇ ਵਰਗਾ ਨਹੀਂ, ਮਾੜੀ ਜੀ ਕੋਈ ਗੱਲ ਕਹਿ ਜੇ ਫਿਰ ਮਨੁੱਖ ਡਰ ਜਾਂਦਾ ਹੈ। ਸਤਿਗੁਰੂ ਕਹਿੰਦੇ ਗਿਆਨੀ ਉਹ ਹੈ, ਉਹ ਗਿਆਨਵਾਨ ਮਨੁੱਖ ਹੈ, ਜਿਹੜਾ ਕਿਸੇ ਵੀ ਤਰੀਕੇ ਵਿੱਚ ਕਿਸੇ ਵੀ ਹਾਲਾਤ ਵਿੱਚ ਡਰਦਾ ਨਹੀਂ, ਉਹ ਮਨੁੱਖ ਗਿਆਨਵਾਨ ਹੈ। ਸਤਿਗੁਰੂ ਕਹਿੰਦੇ ਇਹ ਗੱਲਾਂ ਤੇ ਦ੍ਰਿੜ ਪਹਿਰਾ ਦੇਣਾ ਪਵੇਗਾ ਕਿ ਸੁੱਖ ਆਵੇ ਘਬਰਾਉਣਾ ਨਹੀਂ, ਦੁੱਖ ਆਵੇ ਹੰਕਾਰ ਨਹੀਂ ਕਰਨਾ, ਤੇ ਕਿਸੇ ਪੱਖੋਂ ਵੀ ਮਰ ਕਹਿੰਦੇ ਭੈ ਨਹੀਂ ਜਾ ਕੇ, ਮਨ ਵਿੱਚ ਡਰ ਨਹੀਂ ਰੱਖਣਾ। ਗੁਰੂ ਪਿਆਰਿਓ, ਚੌਥਾ ਬਚਨ ਹੈ, ਬੜਾ ਕੀਮਤੀ ਬਚਨ ਹੈ।
ਔਰ ਗੁਰੂ ਸਾਹਿਬ ਕਿਰਪਾ ਕਰਨ, ਕਹਿੰਦੇ ਕੰਚਨ ਮਾਟੀ ਮਾਨੈ, ਸੋਨੇ ਨੂੰ ਮਿੱਟੀ ਸਮਾਨ ਸਮਝੇ। ਬੜਾ ਔਖਾ ਸਮਝਣਾ। ਜੇ ਸਾਨੂੰ ਕਿਤੇ ਸੋਨਾ ਪਿਆ ਹੋਇਆ ਹੀ ਮਿਲ ਜੇ, ਅਸੀਂ ਤੇ ਚੱਕ ਕੇ ਬਸ ਘਰ ਲੈ ਜਾਈਏ, ਵੇਚ ਦਈਏ, ਪੈਸੇ ਇਕੱਠੇ ਕਰਾਂਗੇ। ਭਾਵ ਲਾਲਚ, ਮਨ ਲਾਲਚ ਵਸ ਹੋ ਜਾਂਦਾ ਹੈ ਗੁਰੂ ਪਿਆਰਿਓ। ਮਾਇਆ ਦੇ ਲੋਭ ਵਿੱਚ, ਹੰਕਾਰ ਦੇ ਲੋਭ ਵਿੱਚ ਮਹਾਰਾਜ ਕਹਿੰਦੇ ਇਹ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਬ੍ਰਹਮ ਗਿਆਨ ਨੂੰ ਪਹੁੰਚਣਾ ਫਿਰ ਕੰਚਨ ਮਾਟੀ ਮਾਨੈ, ਕੰਚਨ ਤੇ ਮਿੱਟੀ ਨੂੰ ਇੱਕੋ ਹੀ ਸਮਾਨ ਸਮਝੀ। ਆਖੋ ਸਤਨਾਮ। ਇਹ 4 ਬਚਨ ਹੋ ਗਏ। ਦੁੱਖ ਤੇ ਸੁੱਖ। ਅਗਲਾ ਬਚਨ ਭੈ ਨਹੀਂ ਕਰਨਾ ਕਿਸੇ ਦਾ, ਜੋ ਮਰਜ਼ੀ ਦੁਨੀਆ ਦਾ ਬੰਦਾ ਹੋਵੇ, ਕਿਸੇ ਤਰੀਕੇ ਦਾ ਭੈ ਨਹੀਂ ਰੱਖਣਾ ਮਨ ਵਿੱਚ, ਕਿਉਂਕਿ ਸਾਹਿਬ ਮੇਰਾ ਇੱਕੋ ਹੈ, ਇੱਕੋ ਹੀ ਮਾਲਿਕ ਹੈ, ਤੇ ਭੈ ਕਿਸੇ ਦਾ ਕਿਉਂ ਰੱਖਣਾ। ਚੌਥਾ ਬਚਨ ਕੰਚਨ ਮਾਟੀ ਮਨ, ਕੰਚਨ ਤੇ ਮਿੱਟੀ ਨੂੰ ਇੱਕੋ ਸਮਾਨ ਸਮਝਣਾ। ਹੁਣ ਅਗਲਾ ਬਚਨ 5ਵਾਂ ਕਰਦੇ ਆ ਮਹਾਰਾਜ। ਇਹ ਅਵਸਥਾਵਾਂ ਬੜੀਆਂ ਉੱਚੀਆਂ ਨੇ। ਸਤਿਗੁਰੂ ਕਹਿੰਦੇ ਨਹਿ ਨਿੰਦਿਆ ਨ ਉਸਤਤ ਜਾ ਕੈ, ਕਹਿੰਦੇ ਜੇ ਕੋਈ ਨਿੰਦਿਆ ਕਰਦੇ ਤੇ ਮਨ ਨੂੰ ਦੁਖੀ ਨਹੀਂ ਕਰਨਾ, ਮੇਰੀ ਨਿੰਦਿਆ ਕਰ ਦਿੱਤੀ। ਤੇ ਜੇ ਕੋਈ ਉਸਤਤ ਕਰਦੇ ਤੇ ਫਿਰ ਮਨ ਵਿੱਚ ਚਾਅ ਨਹੀਂ ਪੈਦਾ ਕਰ ਲੈਣਾ, ਇੱਕੋ ਹੀ ਸਮਾਨ ਰਹਿਣਾ। ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਮਹਾਂਪੁਰਸ਼ ਗੁਰੂ ਨਾਲ ਜੁੜੇ ਹੋਏ ਨੇ, ਉਹਨਾਂ ਦੀ ਤੁਸੀਂ ਨਿੰਦਿਆ ਕਰ ਦੋ, ਉਹਨਾਂ ਦੀ ਤੁਸੀਂ ਵਡਿਆਈ ਕਰ ਦੋ, ਉਹਨਾਂ ਨੂੰ ਫਰਕ ਹੀ ਕੋਈ ਨਹੀਂ ਪੈਂਦਾ, ਉਹ ਇੱਕ ਸਮਾਨ ਰਹਿੰਦੇ ਆ। ਸਤਿਗੁਰ ਕਹਿੰਦੇ ਨਹਿ ਨਿੰਦਿਆ ਨ ਉਸਤਤ ਜਾ ਕੈ, ਲੋਭ ਮੋਹ ਅਭਿਮਾਨ, ਨਾ ਕੋਈ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਲੋਭ ਹੈ, ਨਾ ਕੋਈ ਕਿਸੇ ਮਾਇਆ ਵਿੱਚ ਪਕੜ ਹੈ। ਸਤਿਗੁਰੂ ਕਹਿੰਦੇ ਨਾ ਕਿਸੇ ਚੀਜ਼ ਦੀ ਹੰਕਾਰ ਦੀ ਗੱਲ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਕੋਈ ਮਨੁੱਖ ਤਿਆਗ ਦਿੰਦਾ, ਅਗਲਾ ਬਚਨ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਕੋਈ ਮਾਨ ਦੇ ਦੇ ਤੇ ਗੁਰੂ ਪਿਆਰੋ ਹੰਕਾਰ ਨਹੀਂ ਕਰਨਾ। ਕੋਈ ਕਹੇ ਜੇ ਇਹ ਤੇ ਮਹਾਪੁਰਸ਼ ਬੜੇ ਚੰਗੇ ਆ, ਇਹ ਮਨੁੱਖ ਤੇ ਬੜਾ ਚੰਗਾ, ਇਹ ਭਲਾ ਭੜਾ ਕਰਦਾ ਹੈ, ਫਿਰ ਆਪਣੇ ਆਪ ਚ ਹੰਕਾਰ ਨਹੀਂ ਕਰ ਲੈਣਾ। ਜੇ ਕੋਈ ਨਿੰਦਿਆ ਕਰਦੇ ਤੇ ਮਾੜਾ ਹੀ ਬੜਾ, ਇਹ ਤੇ ਮਾੜੇ ਕਰਮ ਕਰਦਾ ਤੇ ਮਨ ਵਿੱਚ ਦੁਖੀ ਨਹੀਂ ਹੋਣਾ। ਮਹਾਰਾਜ ਕਹਿੰਦੇ ਇਹਨਾਂ ਗੱਲਾਂ ਤੋਂ ਭਾਈ ਉੱਪਰ ਉੱਠਣਾ ਹੈ। ਆਸਾ ਮਨਸਾ ਸਗਲ ਤਿਆਗੈ। ਹੁਣ ਅਗਲਾ ਬਚਨ ਸਾਡੇ ਲਈ ਬੜਾ ਕੀਮਤੀ ਹੈ। ਅਸੀਂ ਤੇ ਰੋਜ਼ਾਨਾ ਹੀ ਲਿਸਟ ਲੈ ਕੇ ਆਉਂਦੇ ਮਹਾਰਾਜ ਦੇ ਦਰ ਤੇ, ਮਹਾਰਾਜ ਇਹ ਵੀ ਚਾਹੀਦਾ, ਉਹ ਵੀ ਚਾਹੀਦਾ, ਸਾਡੀ ਤਾਂ ਲਿਸਟ ਬੜੀ ਲੰਬੀ ਹੁੰਦੀ ਹੈ। ਮਹਾਰਾਜ ਕਹਿੰਦੇ ਫਿਰ ਮੰਗਣਾ ਨਹੀਂ ਕੁਝ ਵੀ, ਸੇਵਾ ਬੜੀ ਕਰਨੀ ਹੈ, ਸਿਮਰਨ ਬਹੁਤ ਕਰਨਾ ਹੈ, ਪਰ ਗੁਰੂ ਦੇ ਘਰ ਵਿੱਚ ਆ ਕੇ ਮੰਗਣਾ ਨਹੀਂ। ਮੰਗਣਾ ਕੀ ਹੈ? ਦੇਹ ਨਾਮ ਸੰਤੋਖੀਆ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁਖ, ਉਤਰੈ ਮਨ ਕੀ ਭੁਖ। ਸਤਿਗੁਰੂ ਕਹਿੰਦੇ ਆਸਾ ਤੇ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਪਰਿਵਾਰ ਵਿੱਚ ਰਹਿੰਦੇ ਆ, ਸੰਸਾਰ ਵਿੱਚ ਰਹਿੰਦੇ ਆ, ਗੁਰੂ ਦੇ ਕੋਲ ਕੋਈ ਆਸ ਨਹੀਂ ਰੱਖਣੀ, ਕੋਈ ਅਰਦਾਸ, ਕੋਈ ਬੇਨਤੀ ਕਰਨੀ ਹੈ ਤੇ ਕੇਵਲ ਇੱਕੋ ਹੀ, ਦੇ ਨਾਮ ਸੰਤੋਖੀਆ। ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਨਾਮ ਆ ਗਿਆ, ਗੁਰੂ ਪਿਆਰਿਓ, ਸਾਰੇ ਜੀਵਨ ਦੇ ਸੰਤੋਖ ਆ ਗਏ, ਫਿਰ ਸਾਰੀਆਂ ਦੁਨੀਆ ਦੇ ਪਦਾਰਥ ਆ ਗਏ। ਮੈਂ ਬੇਨਤੀ ਕਰਾਂ, ਹਾਥੀ ਮੰਗ ਲਓ, ਹਾਥੀ ਦੇ ਪੈੜ ਵਿੱਚ ਸਾਰੇ ਦੁਨੀਆ ਦੇ ਜਾਨਵਰਾਂ ਦੀ ਪੈੜ ਆ ਜਾਂਦੀ ਹੈ ਨਾ। ਜੇ ਹਾਥੀ ਦੀ ਪੈੜ ਮੰਗ ਲਓ, ਫਿਰ ਹਾਥੀ ਦੀ ਪੈੜ ਵਿੱਚ ਸਾਰੇ ਦੁਨੀਆ ਦੇ ਜਿੰਨੇ ਜਾਨਵਰ ਨੇ ਸਾਰਿਆਂ ਦੀ ਪੈੜ ਆ ਜਾਏਗੀ। ਤੇ ਮਹਾਰਾਜ ਕਹਿੰਦੇ ਜੇ ਰਾਜਾ ਹੀ ਮੰਗ ਲਿਆ, ਜੇ ਪ੍ਰਮਾਤਮਾ ਹੀ ਮੰਗ ਲਿਆ, ਤੇ ਸਾਰੇ ਦੁਨੀਆ ਦੇ ਜਿਹੜੇ ਪਦਾਰਥ ਨੇ ਪਿੱਛੇ ਆਪੇ ਹੀ ਤੁਰੇ ਆਉਂਦੇ ਆ। ਮਹਾਰਾਜ ਕਹਿੰਦੇ ਜੇ ਮੰਗਣਾ ਕੇਵਲ ਭਾਈ, ਕੋਈ ਆਸ ਨਹੀਂ ਰੱਖਣੀ। ਅੱਜ ਅਸੀਂ ਸੇਵਾ ਤੇ ਕਰਦੇ ਨਹੀਂ ਇੰਨੀ, ਪਰ ਲਿਸਟ ਸਾਡੀ ਬੜੀ ਲੰਬੀ ਹੁੰਦੀ ਹੈ। ਮਹਾਰਾਜ ਦਾ ਵੀ ਬਚਨ ਹੈ, ਸੇਵਾ ਥੋੜੀ ਮੰਗ ਨ ਬਹੁਤਾ। ਮੰਗਦੇ ਜ਼ਿਆਦੇ ਆ, ਸੇਵਾ ਘੱਟ ਹੈ। ਤੇ ਮਹਾਰਾਜ ਕਹਿੰਦੇ ਫਿਰ ਮੰਗਣਾ ਨਹੀਂ। ਇਹ ਸਾਰੀ ਜਿਹੜੀਆਂ ਇਛਾਵਾਂ ਖਤਮ ਕਰ ਦੇਣੀਆਂ, ਕੇਵਲ ਨਾਮ ਮੰਗਣਾ ਹੈ। ਤੇ ਜਦੋਂ ਮਹਾਰਾਜ ਕਹਿੰਦੇ ਇਹ ਗੱਲ ਹੋਵੇਗੀ, ਫਿਰ ਕੀ ਮਿਲਣਾ ਹੈ? ਅਗਲਾ ਹੋਰ ਬਚਨ ਮਹਾਰਾਜ ਕਹਿੰਦੇ ਇਹ ਹੋਰ ਮੰਨ ਲੈ, ਫਿਰ ਦੇਖ ਤੇਰੀ ਅਵਸਥਾ ਕੀ ਬਣਦੀ ਹੈ। ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਜੇ ਕੋਈ ਮਨੁੱਖ ਕੰਮ ਹੀ ਨਹੀਂ ਹੁੰਦਾ, ਕਾਮ ਵਾਸਨਾ ਦੇ ਵਸ ਵਿੱਚ ਨਹੀਂ ਹੁੰਦਾ, ਕ੍ਰੋਧ ਵਿੱਚ ਨਹੀਂ ਆਉਂਦਾ, ਕੋਈ ਮਾੜੀ ਜੀ ਗੱਲ ਕਹਿ ਦੇ ਤੇ ਮਨ ਕ੍ਰੋਧੀ ਹੋ ਜਾਂਦਾ। ਜੇ ਪਰਸੈ ਨਾਹਿਨ, ਮਹਾਰਾਜ ਕਹਿੰਦੇ ਕਾਮ ਕ੍ਰੋਧ ਤੋਂ ਜਿਹੜਾ ਮਨੁੱਖ ਪਰੇ ਹੈ, ਵਿਸ਼ਿਆਂ ਵਿਕਾਰਾਂ ਤੋਂ ਪਰੇ ਹੈ, ਤੇ ਉਹਦੇ ਵਿੱਚ ਕੀ ਵਰਤੇਗਾ, ਕੀ ਘਟੇਗਾ,
ਤੇ ਮਹਾਰਾਜ ਕਹਿੰਦੇ ਤੇਹ ਘਟ ਬ੍ਰਹਮ ਨਿਵਾਸਾ, ਉਹਦੇ ਹਿਰਦੇ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਏਗਾ, ਉਹ ਬ੍ਰਹਮ ਗਿਆਨੀ ਬਣ ਜਾਏਗਾ। ਤੇ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ? ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਫਿਰ ਸਦਾ ਹੀ ਰਹਿੰਦਾ, ਸਦਾ ਮਰਦਾ ਨਹੀਂ ਕਦੇ। ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਦੀ ਅਵਸਥਾ ਜਿਹੜੀ ਹੈ ਉਹਨੂੰ ਪ੍ਰਾਪਤ ਹੋ ਜਾਂਦੀ ਹੈ, ਪਰ ਇਹ ਮਿਲਦੀ ਕਿਨੂੰ ਅਵਸਥਾ? ਗੁਰ ਕਿਰਪਾ ਜੇ ਨਰਕਉ ਕੀਨੀ, ਤੇ ਇਹ ਜੁਗਤ ਪਛਾਨੀ। ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰ ਦਿੰਦਾ ਹੈ, ਇਹ ਜੀਵਨ ਜੁਗਤ ਜੀਵਨ ਜਾਚ ਜਿਹੜੀ ਹੈ ਗੁਰੂ ਪਿਆਰਿਓ ਉਹਨਾਂ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਖੀਰਲੇ ਬਚਨ ਨੇ ਸ਼ਬਦ ਦੇ, ਕਹਿੰਦੇ ਨਾਨਕ ਲੀਨ ਪਇਓ ਗੋਬਿੰਦ ਸਿਉ, ਨਾਨਕ ਲੀਨ ਪਇਓ ਗੋਬਿੰਦ ਸਿਉ। ਜਦੋਂ ਇਹ ਜੁਗਤ, ਇਹ ਸਾਰੀ ਜੁਗਤ ਹੈ ਨਾ ਸ਼ੁਰੂ ਤੋਂ, ਦੁੱਖ ਸੁੱਖ ਕਿਸੇ ਦਾ ਡਰ ਨਹੀਂ ਰੱਖਣਾ, ਕੰਚਨ ਮਾਟੀ ਸਮਝਣਾ, ਹਰ ਸੋਗ ਤੇ ਦੂਰ ਰਹਿਣਾ, ਕਾਮ ਕਰੋ ਤੋਂ ਪਰੇ ਰਹਿਣਾ। ਜਦੋਂ ਇਹ ਜੁਗਤ ਆ ਗਈ, ਜੀਵਨ ਜਾਚ ਆ ਗਈ, ਤੇ ਮਹਾਰਾਜ ਕਹਿੰਦੇ ਫਿਰ ਤੇਰੇ ਵਿੱਚ ਤੇ ਗੁਰੂ ਨਾਨਕ ਵਿੱਚ, ਪਰਮਾਤਮਾ ਵਿੱਚ ਭੇਦ ਕੋਈ ਨਹੀਂ ਰਹਿਣਾ। ਤੂੰ ਪਰਮਾਤਮਾ ਵਿੱਚ ਭੇਦ ਹੋ ਜਾਏਗਾ, ਫਿਰ ਕੋਈ ਦੁੱਖ ਤੇ ਸੁੱਖ ਨਹੀਂ ਰਵੇਗਾ। ਮਹਾਰਾਜ ਕਹਿੰਦੇ ਫਿਰ ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਿਆ ਭੇਦ ਹੋ ਜਾਂਦਾ ਹੈ, ਤੂੰ ਵੀ ਇਸ ਤਰ੍ਹਾਂ ਪ੍ਰਮਾਤਮਾ ਵਿੱਚ ਭੇਦ ਹੋ ਜਾਏਗਾ। ਸੋ ਭਾਈ ਬੇਸ਼ਕੀਮਤੀ ਬਚਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਜ ਦੇ ਪਾਵਨ ਹੁਕਮਨਾਮੇ ਰਾਹੀਂ ਸਤਿਗੁਰ ਨੇ ਕਿਰਪਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਰਹਿਮਤ ਕਰਨ, ਗਾਵਿਆ ਸੁਣਿਆ ਥਾਏ ਪਾ ਕਰਕੇ, ਦਾਸਰੇ ਨੂੰ ਕਥਾ ਦੀ ਦਾਤ, ਆਪ ਸਮੂਹ ਸੰਗਤਾਂ ਨੂੰ ਸੁਣਨ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਕੇ ਨਵਾਜਣਾ ਕਰਨ, ਤੇ ਗੁਰਸਿੱਖੀ ਜੀਵਨ ਅੰਮ੍ਰਿਤ ਵੇਲਾ ਨਾਮ ਧਨ ਬਖਸ਼ਿਸ਼ ਕਰਕੇ ਨਵਾਜਣਾ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਓ ਗੁਰੂ ਪਿਆਰਿਓ ਪਾਵਨ ਸ਼ਬਦਾਂ ਦੀਆਂ